ਮਿੰਟੂ ਜੀ, ਜਿਵੇਂ ਐਕਸਪੈਕਟਡ ਸੀ ਕਿ ਹੁਣ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣਾ ਸੀ, ਸੋ ਬੀਬੀ ਦ੍ਰੌਪਦੀ ਮੁਰਮੂ ਭਾਰਤ ਦੇ 15ਵੇਂ ਰਾਸ਼ਟਰਪਤੀ ਬਣ ਗਏ ਨੇ ਜੀ। ਬਿਲਕੁਲ ਜੀ, ਬਿਲਕੁਲ ਇਹ ਗੱਲ ਤੈਅ ਸੀਗੀ ਕਿ ਨਤੀਜਾ ਇਹਨਾਂ ਦੇ ਹੱਕ ਦੇ ਵਿੱਚ ਹੀ ਜਾਏਗਾ, ਨਤੀਜਾ ਇਹਨਾਂ ਦੇ ਪੱਖ ਦੇ ਵਿੱਚ ਵੀ ਜਾਏਗਾ। ਪਰੰਤੂ ਬਹੁਤ ਵੱਡੀ ਜਿੱਤ ਹਾਸਲ ਕੀਤੀ ਇਹਨਾਂ ਨੇ। ਤਾਂ ਤੀਸਰਾ ਰਾਊਂਡ ਜਿਵੇਂ ਹੀ ਸਟਾਰਟ ਹੋਇਆ, ਇਹਨਾਂ ਦੀ ਲੀਡ ਵੱਧਦੀ ਗਈ। ਤਾਂ ਓਵਰਆਲ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦੇ ਹੱਕ ਦੇ ਵਿੱਚ ਰਿਜ਼ਲਟ ਜਿਹੜਾ ਰਿਹਾ ਉਹ ਰਿਹਾ 5,77,000 ਵੋਟ। ਤਾਂ ਦੂਸਰੇ ਪਾਸੇ ਮਹਿਜ਼ ਰਹਿ ਗਈ 2,61,000 ਵੋਟ। ਵੈਸੇ ਵੋਟ ਵੈਟੇਜ ਹੁੰਦਾ ਹੈ, ਇਹ ਨਹੀਂ ਹੈ ਕਿ ਇਹ ਸਾਰੀਆਂ ਰਾਸ਼ਟਰਪਤੀ ਦੀ ਚੋਣ ਵਾਸਤੇ ਵੋਟਾਂ ਨੇ, ਜਿਵੇਂ ਆਪਾਂ ਵੋਟਰ ਲਿਸਟ ਦੇ ਵਿੱਚ ਦੇਖਦੇ ਹਾਂ ਕਿ ਇੱਕ ਪਿੰਡ ਦੀ 2,500 ਵੋਟ ਆ, ਇਦਾਂ ਨਹੀਂ ਹੈ। ਇੱਕ ਐਗਜ਼ਾਮਪਲ ਲੈ ਲੈਂਦੇ ਆਪਾਂ ਕਿ ਆਪਣੇ MLA ਪਾ ਰਹੇ ਨੇ, ਪੰਜਾਬ ਦੇ MLA ਵੋਟ ਕਰ ਰਹੇ ਨੇ, ਤਾਂ ਵੋਟ ਕਿੱਦਾਂ ਕਰਨਗੇ? ਉਹਨਾਂ ਦੀ ਵੋਟ ਦਾ ਵੈਟੇਜ ਕੀ ਹੋਏਗਾ? ਉਹ ਇਦਾਂ ਹੋਏਗਾ ਕਿ ਫਰਜ਼ ਕਰੋ ਆਪਣਾ 3 ਕਰੋੜ ਵਸੋਂ ਦਾ ਅੰਕੜਾ ਹੈ ਪੰਜਾਬ ਦਾ, ਤਾਂ ਉਹਨੂੰ ਤਕਸੀਮ ਕਰ ਦਿੱਤਾ ਜਾਏਗਾ 117 ਤੇ, ਕਿਉਂਕਿ ਜਿੰਨੀਆਂ ਆਪਣੀਆਂ ਅਸੈਂਬਲੀ ਦੀਆਂ ਸੀਟਾਂ ਨੇ, ਤਾਂ ਉਹਦਾ ਜਿਹੜਾ ਫਿਗਰ ਨਿਕਲੇਗਾ ਉਹ ਹੋਏਗਾ 1 ਵੋਟ ਵੇਟੇਜ। ਤਾਂ ਉਸ ਹਿਸਾਬ ਨਾਲ ਹੁੰਦਾ ਸਾਰਾ ਕੁਝ। ਤੇ ਇਦਾਂ ਹੀ ਗਾਂ MP ਹੁੰਦੇ ਜਿਹੜੇ ਰਾਜ ਸਭਾ ਦੇ, ਲੋਕ ਸਭਾ ਦੇ, ਉਹਨਾਂ ਦੀ ਵੀ ਵੋਟ ਵੇਟੇਜ ਇਸੇ ਤਰ੍ਹਾਂ ਹੀ ਬਣਦੀ ਹੈ। ਤਾਂ ਕੁੱਲ ਜਿੱਤਣ ਵਾਸਤੇ ਇਹਨਾਂ ਨੂੰ ਚਾਹੀਦੀ ਸੀ ਤਕਰੀਬਨ 5,40,000 ਵੋਟ ਵੇਟੇਜ। ਹਾਂਜੀ, ਵੋਟ ਵੇਟੇਜ ਦਾ ਇਦਾਂ ਹੁੰਦਾ ਕਿ ਮੈਂ ਉਸ ਚੀਜ਼ ਨੂੰ ਦੱਸਣਾ ਚਾਹ ਰਿਹਾ ਸੀਗਾ ਕਿ ਜਿਵੇਂ ਹੁਣ ਦੇਖੋ ਕਿ ਲੋਕ ਸਭਾ ਦਾ ਜਿਹੜਾ ਮੈਂਬਰ ਹੈ ਉਹ ਵੋਟ ਪਾ ਸਕਦਾ ਹੈ ਰਾਸ਼ਟਰਪਤੀ ਚੋਣ ਵਿੱਚ, ਜਾਂ ਰਾਜ ਸਭਾ ਦਾ ਮੈਂਬਰ, ਪਰ ਇਹ ਵੋਟ ਵੇਟੇਜ ਬਣਦਾ ਕਿੱਦਾਂ ਹੈ? ਮਤਲਬ ਕਿ ਇੱਕ ਬੜਾ ਸਰਲ ਜਿਹਾ ਸਾਡੇ ਸਾਹਮਣੇ ਸਵਾਲ ਆ ਜਾਏਗਾ ਨਾ ਕਿ ਯਾਰ 5,77,000 ਮਤਲਬ ਕਿ ਲੱਖਾਂ 'ਚ ਵੋਟ ਹੈ ਇਹਨਾਂ ਦੀ। ਨਹੀਂ, ਉਹ ਵੋਟ ਵੇਟੇਜ ਹੈ। ਵੋਟ ਵੇਟੇਜ ਨਿਕਲਦਾ ਕਿੱਦਾਂ? ਬੜਾ ਸਿੰਪਲ ਫਾਰਮੂਲਾ ਹੈ। ਫਰਜ਼ ਕਰੋ ਪੰਜਾਬ ਦੀ ਵਸੋਂ 3 ਕਰੋੜ ਹੈ, 3 ਕਰੋੜ ਤੇ ਅਸੈਂਬਲੀ ਸੀਟ ਕਿੰਨੀਆਂ ਨੇ? 117। 3 ਕਰੋੜ ਨੂੰ 117 ਨਾਲ ਤਕਸੀਮ ਕਰਦੇ ਜਿਹੜਾ ਫਿਗਰ ਆਏਗਾ ਉਹ ਇੱਕ ਜਿਹੜਾ ਅਸੈਂਬਲੀ ਮੈਂਬਰ ਹੈ, ਇੱਕ MLA ਆ, ਉਹਦਾ ਵੋਟ ਵੇਟੇਜ ਬਣ ਜਾਏਗਾ। ਤਾਂ ਪੂਰੇ ਇੰਡੀਆ ਚੋਂ ਇਸੇ ਤਰ੍ਹਾਂ ਹੀ MLA ਵੋਟ ਕਰਦੇ ਆ। ਅੱਗੇ ਜਿੱਦਾਂ ਹੁਣ 117 ਤੇ ਜਿਹੜੇ ਸਾਡੇ ਰਾਜ ਸਭਾ ਤੇ ਲੋਕ ਸਭਾ ਦੇ ਆ ਉਹ ਕਿੰਨੇ ਹੋ ਗਏ ਟੋਟਲ? ਤਾਂ ਉਹ ਜਿੰਨੇ ਹੈਗੇ ਉਹਨਾਂ ਨੂੰ ਤਕਸੀਮ ਕਰ ਦੇ, ਬਸ ਇਹੀ ਫਾਰਮੂਲਾ ਹੁੰਦਾ। ਤਾਂ ਖੈਰ ਵੈਸੇ ਸਿਸਟਮ ਜਿਹੜਾ ਰਾਸ਼ਟਰਪਤੀ ਇਲੈਕਸ਼ਨ ਦਾ ਕਾਫੀ ਪੇਚੀਦਾ ਜਿਹਾ ਹੈ, ਪਰ ਜੇ ਸਮਝੀਏ ਤਾਂ ਕੋਈ ਔਖੀ ਗੱਲ ਨਹੀਂ ਹੈ। ਤਾਂ ਖੈਰ ਇਹਨਾਂ ਨੇ ਸਮਝ ਲਿਆ ਸਾਰਾ ਕੁਛ ਬਹੁਤ ਆਸਾਨੀ ਦੇ ਨਾਲ, ਇਸ ਇਤਿਹਾਸਕ ਮਰਹਲੇ ਨੂੰ ਇਹਨਾਂ ਨੇ ਪਾ ਲਿਆ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਵਿੰਦ ਸਾਹਿਬ ਜਦੋਂ ਬਣੇ ਸਨ, ਜਿਹੜੇ ਪਿਛਲੇ ਪ੍ਰੈਜ਼ੀਡੈਂਟ ਸਾਡੇ, ਉਦੋਂ ਉਹ ਆਏ ਸਨ ਦਲਿਤਾਂ ਦੇ ਵਿੱਚੋਂ। ਬਾਅਦ ਦੇ ਵਿੱਚ ਉਹਨਾਂ ਦਾ ਕੀ ਇੱਕ ਸਟੇਟਮੈਂਟ ਸੀ ਬੜਾ ਅਜੀਬੋ-ਗਰੀਬ, ਕਹਿੰਦੇ 5 ਲੱਖ ਮੇਰੀ ਤਨਖਾਹ, 2 ਲੱਖ ਟੈਕਸ ਚਲੇ ਜਾਂਦੀ ਹੈ। ਕਮਾਲ ਦੀ ਗੱਲ ਹੈ। ਤੇ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ। ਕੋਈ ਉਹਨਾਂ ਦਾ ਕਾਰਜਕਾਲ ਬਹੁਤਾ ਯਾਦਗਾਰ ਨਹੀਂ ਉਹ ਨਿਬੜਿਆ, ਪਰ ਐਤਕੀ ਯਸ਼ਵੰਤ ਸਿਨਹਾ ਇਹਨਾਂ ਦਾ ਪੁਰਾਣਾ ਸਾਥੀ ਸੀ, ਉਹ ਮੈਦਾਨ 'ਚ ਸੀ। ਬੀਬੀ ਮੁਰਮੂ ਇਹ ਆਦਿਵਾਸੀਆਂ 'ਚੋਂ ਮਤਲਬ ਕਿ ਇਤਿਹਾਸ ਸਿਰਜਣ ਵਾਸਤੇ ਮੈਦਾਨ 'ਚ ਸਨ। ਤਾਂ ਇਹਨਾਂ ਦੋਹਾਂ ਦੇ ਕੋਲ ਹੀ ਮੌਕਾ ਸੀ। ਉਹ ਕਿਸੇ ਨੇ ਕਹਿੰਦਾ ਕਿ ਕੋਈ ਵੀ ਮਹਾਨ ਵਿਅਕਤੀ ਜਿਹੜਾ ਹੁੰਦਾ ਹੈ ਨਾ, ਉਹ ਮੌਕਿਆਂ ਦੀ ਕਮੀ ਬਾਰੇ ਸ਼ਿਕਾਇਤ ਨਹੀਂ ਕਰਦਾ ਕਦੇ। ਤਾਂ ਦੋਹਾਂ ਕੋਲ ਮੌਕਾ ਸੀ, ਬਰੋਬਰ ਦੋਨਾਂ ਦੇ ਕੋਲ ਸਮਾਂ ਸੀ, ਪਰ ਇਹ ਮੌਕਾ ਜਿਹੜਾ ਜਿੱਤ ਵਾਲਾ ਹੈ ਉਹ ਬਣਿਆ ਬੀਬੀ ਮੁਰਮੂ ਵਾਸਤੇ ਜੀ। ਅੱਛਾ, ਇਹ ਦੱਸਿਓ ਮਿੰਟੂ ਜੀ, ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਇਹ ਖੁਲਾਸਾ ਕੀਤਾ ਕਿ ਉਹਨਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਕੀ ਵੇਰਵਾ ਜੀ ਇਸ ਗੱਲ ਦਾ? ਦੇਖੋ, ਇਹ ਅੱਜ ਗਏ ਸਨ ਅੰਮ੍ਰਿਤਸਰ ਦੇ ਵਿੱਚ, ਕਿਉਂਕਿ ਜਿਹੜੀਆਂ ਡੈਡ ਬੋਡੀਜ਼ ਉੱਥੇ ਪਹੁੰਚੀਆਂ ਸਨ ਸ਼ੂਟਰਸ ਦੀਆਂ, ਉਹਨਾਂ ਨੂੰ ਆਈਡੈਂਟੀਫਾਈ ਕਰਨਾ ਸੀ ਇਹਨਾਂ ਨੇ। ਤਾਂ ਦੇਖੋ, ਉਦੋਂ ਜਦੋਂ ਇਹ ਉੱਥੇ ਪਹੁੰਚੇ, ਪਹਿਲਾਂ ਘਰਿੰਡਾ ਥਾਣੇ ਦੇ ਵਿੱਚ, ਜਿਹੜਾ ਉਹ ਪਿੰਡ ਹੈ ਘਰਿੰਡਾ ਥਾਣੇ 'ਚ ਹੈ ਸ਼ਾਇਦ, ਉੱਥੇ ਹਾਜ਼ਰੀ ਲਵਾਈ ਇਹਨਾਂ ਨੂੰ। ਤਾਂ ਉਸ ਤੋਂ ਬਾਅਦ ਫਿਰ ਅੰਮ੍ਰਿਤਸਰ ਦੇ ਵਿੱਚ ਪਹੁੰਚੇ। ਉੱਥੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ, ਪਰ ਅੰਮ੍ਰਿਤਸਰ ਦੇ ਵਿੱਚ ਪਹੁੰਚ ਕੇ ਜਿੱਥੇ ਡੈਡ ਬੋਡੀ ਲਈ ਸਾਰਾ ਇੰਤਜ਼ਾਮ ਕੀਤਾ ਗਿਆ ਸੀ, ਪੋਸਟਮਾਰਟਮ ਵਗੈਰਾ ਹੋਣਾ ਸੀਗਾ, ਤਾਂ ਉੱਥੇ ਹੀ ਇਹਨਾਂ ਨੇ ਜਾ ਕੇ ਪਛਾਣ ਕਰਨੀ ਸੀਗੀ। ਹੁਣ ਇਹਨਾਂ ਨੇ ਜਾ ਕੇ ਜਦੋਂ ਪਛਾਣ ਕਰਨੀ ਸੀ ਤਾਂ ਉਸ ਤੋਂ ਪਹਿਲਾਂ ਇੱਕ ਉੱਥੇ ਗੱਲ ਕਹੀ ਕਿ ਸਾਨੂੰ ਧਮਕੀਆਂ ਮਿਲ ਰਹੀਆਂ ਨੇ। ਖਾਸ ਤੌਰ ਤੇ ਇੰਸਟਾਗ੍ਰਾਮ ਦਾ ਇੱਕ ਕਮੈਂਟ ਜਿਹੜਾ ਧਮਕੀ ਭਰਿਆ ਕਿ ਹੁਣ ਬਾਪ ਦਾ ਨੰਬਰ ਆ, ਇਹਦੇ ਮੁੰਡੇ ਕੁੰਡੇ ਨੂੰ ਘੱਲ ਦਿਆਂਗੇ ਵਗੈਰਾ ਵਗੈਰਾ, ਇਹ ਗੱਲਾਂ ਕਹੀਆਂ। ਉਸ ਤੋਂ ਬਾਅਦ ਫਿਰ ਇਹ ਬੜੀ ਵੱਡੀ ਖਬਰ ਬਣ ਗਈ ਕਿ ਹਾਲੇ ਵੀ ਇਹਨਾਂ ਨੂੰ ਥ੍ਰੈਟ ਕੀਤਾ ਜਾ ਰਿਹਾ, ਧਮਕਾਇਆ ਜਾ ਰਿਹਾ। ਦੇਖੋ, ਇੱਕ ਚੀਜ਼ ਹੋਰ ਵੀ ਹੈ, ਚਲੋ ਆਪਾਂ ਇਹ ਤੇ ਮੰਨ ਲੈਂਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਤੇ ਕਈ ਵਾਰ ਫੇਕ ਆਈਡੀ ਜਿੱਦਾਂ ਤੁਹਾਨੂੰ ਪਤਾ ਹੀ ਬਣਦੀਆਂ, ਫੇਕ ਪ੍ਰੋਫਾਈਲਾਂ ਬਣਾ ਕੇ ਇਹ ਸਾਰਾ ਕੁਛ ਕੀਤਾ ਜਾਂਦਾ। ਕਈ ਵਾਰ ਚੜੀਤੇ ਲੋਕ ਇਸ ਤਰ੍ਹਾਂ ਕਰਦੇ ਨੇ, ਪਰੰਤੂ ਵੱਡੀ ਗੱਲ ਜਿਹੜੀ ਹੈ ਉਹ ਇਸ ਮਾਮਲੇ 'ਚ ਵਿਜੇ ਜੀ ਇਹ ਆ ਕਿ
ਇਸ ਮਾਮਲੇ ਦੇ ਵਿੱਚ ਇਹ ਜਿਹੜੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਆ, ਇਹ ਗਵਾਹ ਵੀ ਨੇ, ਮੁੱਖ ਗਵਾਹ ਵੀ ਹੈ। ਰਾਈਟ। ਅੱਜ ਹਾਲਾਂਕਿ ਉਹ ਮੁੰਡੇ ਵੀ ਗਏ ਨੇ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਸੀ, ਜੋ ਤਾਰ ਦੇ ਵਿੱਚ ਮੌਜੂਦ ਸਨ, ਸਿੱਧੂ ਮੂਸੇਵਾਲੇ ਦੇ ਨਾਲ। ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਠੀਕ ਆ, ਸੋਸ਼ਲ ਮੀਡੀਆ ਨੂੰ ਜੇ ਤੁਸੀਂ ਛੱਡ ਵੀ ਦਿਓ ਕਿ ਬਈ ਇਹ ਕੋਈ ਸ਼ਰਾਰਤ ਕਰ ਸਕਦਾ ਜਾਂ ਕੁਛ ਵੀ ਅੱਜ ਕੱਲ੍ਹ ਜਿਵੇਂ ਫੇਕ ਆਈਡੀਆਂ ਬਣਾ ਕੇ ਕਰਦੇ ਨੇ, ਪਰ ਇਸ ਪੱਖ ਤੋਂ ਤੁਹਾਨੂੰ ਧਿਆਨ ਰੱਖਣਾ ਹੀ ਪਵੇਗਾ। ਕਿਉਂ? ਇਸ ਸਾਰੇ ਜੇ ਤੁਸੀਂ ਪ੍ਰਕਰਨ ਨੂੰ ਵੇਖੋਗੇ ਚੰਗੀ ਤਰ੍ਹਾਂ ਗਹੀਨਤਾ ਦੇ ਨਾਲ, ਜੋ ਇਹ ਗਰੋਹਬਾਜ਼ੀ ਵਾਲਾ, ਗਰੋਹਬਾਜ਼ੀ ਦੇ ਵਿੱਚ ਕਨਵੈਕਸ਼ਨ ਰੇਟ ਜਿਹੜੀ ਹੈ, ਸਜ਼ਾ ਰੇਟ ਹੈ ਜਿਹੜੀ, ਉਹ ਬਹੁਤ ਘੱਟ ਹੁੰਦੀ ਹੈ। ਕਨਵੈਕਸ਼ਨ ਕਿਉਂ ਨਹੀਂ ਹੁੰਦੀ? ਉਹਦਾ ਇੱਕ ਵੱਡਾ ਕਾਰਨ ਇਹ ਆ ਕਿ ਜਿਹੜੇ ਬਾਹਰ ਬੈਠੇ ਹੁੰਦੇ ਆ, ਜਾਂ ਤਾਂ ਉਹ ਵੀ ਗਵਾਹੀਆਂ ਲੱਗਣ ਦਿੰਦੇ, ਜਾਂ ਜਿਹੜੇ ਅੰਦਰ ਚਲੇ ਜਾਂਦੇ ਉਹ ਧਮਕਾ ਕੇ ਗਵਾਹ ਨੂੰ ਨਹੀਂ ਲੱਗਣ ਦਿੰਦੇ। ਸੋ ਇਸ ਕਰਕੇ ਇਹਨਾਂ ਨੇ ਤਾਂ ਬੇਸ਼ੱਕ ਕਹਿ ਦਿੱਤਾ ਆ ਕਿ ਅਸੀਂ ਆਪਣੇ ਬੇਟੇ ਨੂੰ ਨਿਆਂ ਦਿਵਾਉਣ ਵਾਸਤੇ ਜੋ ਵੀ ਹੋ ਸਕਦਾ ਕਰਾਂਗੇ, ਪਰ ਜਿਵੇਂ ਮੈਂ ਕਿਹਾ ਕਿ ਇਹ ਸਾਰਾ ਖੇਡ ਚੱਲਦਾ ਹੈ ਤਾਂ ਪੁਲਿਸ ਨੂੰ, ਸਰਕਾਰ ਨੂੰ, ਪ੍ਰਸ਼ਾਸਨ ਨੂੰ ਇਸ ਮੁਤਲਕ ਵੇਖਣਾ ਪਵੇਗਾ। ਔਰ ਇੱਕ ਗੱਲ ਹੋਰ ਹੈ ਇਸ ਮਾਮਲੇ 'ਚ, ਬੀਤੇ ਦਿਨੀ ਸ਼ਗਨਾ ਜਿਹੜਾ ਇਹਦਾ ਨੇੜੂ ਸੀ ਸਿੱਧੂ ਮੂਸੇਵਾਲੇ ਦਾ, ਉਹ ਵੀ ਸਾਹਮਣੇ ਆਇਆ। ਉਹਦੀ ਇੱਕ ਇੰਟਰਵਿਊ ਆ, ਜਿੱਦਾਂ ਉਹ ਇੰਟਰਵਿਊ ਆਈ, ਅਨਫੋਰਚੂਨੇਟਲੀ ਜਿੱਦਾਂ ਕਹਿ ਲਈਏ ਕਿ ਉਹ ਖਬਰ ਨੇ ਦੱਬ ਦੇਣਾ ਹੁੰਦਾ, ਤਾਂ ਮੇਰੇ ਖਿਆਲ ਦੇ ਨਾਲ ਉਹ ਤੋਂ ਅਗਲੇ ਦਿਨ ਐਨਕਾਊਂਟਰ ਹੋ ਗਿਆ। ਉਹਦੀ ਚਰਚਾ ਇੰਨੀ ਘੱਟ ਹੋਈ ਆ ਕਿ ਉਹ ਹੁਣ ਭੁੱਲ ਗਏ ਲੋਕ। ਤਾਂ ਉਹਦੇ 'ਚ ਇੱਕ ਗੱਲ ਉਹਨੇ ਕਹੀ, ਉਹਨੇ ਕਿਹਾ ਕਿ ਦੇਖੋ ਇੰਟੈਲੀਜੈਂਸੀ ਜਿਹੜੀ ਇੱਥੇ ਕੰਮ ਕਰ ਰਹੀ ਸੀਗੀ, ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਸ਼ੂਟਰਾਂ ਦੀਆਂ ਫੋਟੋਆਂ ਤੱਕ ਭੇਜੀਆਂ ਹੋਈਆਂ ਸਨ। ਮਤਲਬ ਉਹ ਕਹਿ ਰਿਹਾ ਸੀਗਾ, ਖੁਲਾਸਾ ਕਰ ਰਿਹਾ ਸੀਗਾ ਕਿ ਬਹੁਤ ਲੰਬੇ ਸਮੇਂ ਤੋਂ ਧਮਕਾਇਆ ਜਾ ਰਿਹਾ ਸੀ ਸਿੱਧੂ ਮੂਸੇਵਾਲੇ ਨੂੰ ਜੀ। ਹੁਣ ਇਹ ਜਿਹੜੀ ਗੱਲ ਹੈ ਉਹ ਇੱਧਰ ਜੋੜ ਸਕਦੇ ਆ, ਤੁਸੀਂ ਜੋੜ ਏਦਾਂ ਸਕਦੇ ਆ ਕਿ ਭਾਈ ਜਦੋਂ ਇੰਟੈਲੀਜੈਂਸੀ ਇੱਕ ਪਾਸੇ ਤੋਂ ਉਹਨੂੰ ਦੱਸ ਰਹੀ ਸੀ ਕਿ ਤੇਰੇ ਮਗਰ ਆਹ ਸ਼ੂਟਰ ਲੱਗੇ ਹੋਏ ਨੇ, ਜਾਂ ਇਹ ਬੰਦੇ ਜਿਹੜੇ ਆਏ ਸੀ ਜੇ ਮਾਰਨ, ਤਾਂ ਦੂਸਰੇ ਪਾਸੇ ਉਹੀ ਇੰਟੈਲੀਜੈਂਸੀ ਦੀ ਰਿਪੋਰਟ ਜਿਹੜੀ ਹੈ ਉਹ ਸੁਰੱਖਿਆ 'ਚ ਕਟੌਤੀ ਕਰ ਦਿੰਦੀ ਹੈ। ਵਾਲੀ ਗੱਲ ਹੈ ਕਿ ਇਸ ਤਰ੍ਹਾਂ ਅੱਗੇ ਵੀ ਲਾਈਟਲੀ ਲੈ ਕੇ ਇਹਨਾਂ ਚੀਜ਼ਾਂ ਨੂੰ ਇਹਨਾਂ ਨੇ ਨੁਕਸਾਨ ਜਿਹੜਾ ਉਹ ਚੁੱਕਿਆ ਤੇ ਨੁਕਸਾਨ ਕਰਵਾਇਆ ਵੀ ਹੈ। ਤਾਂ ਖੈਰ ਬਾਕੀ ਬਾਪ ਦੇ ਦਿਲ ਤੇ ਹੁਣ ਕੀ ਬੀਤੀ ਹੋਏਗੀ ਕਿ ਪੁੱਤ ਵੀ ਚਲਾ ਗਿਆ, ਪੁੱਤ ਦੇ ਨਿਆਂ ਦੀ ਲੜਾਈ ਵੀ ਲੜਨੀ ਹੈ ਤੇ ਉਸ ਤੋਂ ਫਿਰ ਧਮਕੀਆਂ। ਵੈਸੇ ਨਾ ਇੱਕ ਫਿਲਮ ਆਈ ਸੀਗੀ ਵਿਜੇ ਜੀ 1993 ਦੇ ਵਿੱਚ, ਗਰਦਿਸ਼, ਉਹ ਇਸ ਬਾਪ ਬੇਟੇ ਦੀ ਜੋੜੀ ਦੇ ਨੇੜੇ ਤੇੜੇ ਆ। ਅਮਰੀਸ਼ ਪੁਰੀ ਉਹਦੇ 'ਚ ਬਾਪ ਹੁੰਦਾ, ਜੈਕੀ ਸ਼ਰੋਫ ਦਾ ਬੇਟਾ ਹੁੰਦਾ, ਉਹ ਕਾਂਸਟੇਬਲ ਹੁੰਦਾ। ਇੱਧਰ ਵੀ ਇਹ ਫੌਜ ਦੇ ਵਿੱਚੋਂ ਆਇਆ ਫੌਜੀ ਹੈ। ਅੱਛਾ, ਉਹਦਾ ਸੁਪਨਾ ਹੁੰਦਾ ਕਿ ਮੇਰਾ ਬੇਟਾ ਇੱਕ ਦਿਨ ਡਿਪਾਰਟਮੈਂਟ ਦੇ ਵਿੱਚ ਬਹੁਤ ਵੱਡਾ ਅਫਸਰ ਬਣੇ, ਪਰ ਜ਼ਿੰਦਗੀ ਜਾਂ ਧੱਕੇਸ਼ਾਹੀਆਂ ਨੂੰ ਦੂਸਰੇ ਪਾਸੇ ਲੈ ਜਾਂਦੀ ਹੈ। ਫਿਰ ਇੱਕ ਉਹਦੇ ਵਿੱਚ ਇੱਕ ਬੜਾ ਖੂਬਸੂਰਤ ਗੀਤ ਹੈ, ਹਮ ਨਾ ਸਮਝੇ ਤੇ ਬਾਤ ਇਤਨੀ ਸੀ, ਆਪ ਸ਼ੀਸ਼ੇ ਕੇ ਦੁਨੀਆ ਪੱਥਰ ਕੀ। ਤਾਂ ਮੇਰੇ ਖਿਆਲ ਦੇ ਨਾਲ ਅੱਜ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਦੇ ਜਵਾਨੀ 'ਚ ਅਸੀਂ ਫਿਲਮਾਂ ਦੇ ਪਰਦੇ ਤੇ ਦੇਖੀਆਂ ਸੀ, ਉਹ ਅੱਜ ਹਕੀਕਤ ਦੇ ਵਿੱਚ ਵੀ ਕਿਤੇ ਨਾ ਕਿਤੇ ਦੇਖ ਰਹੇ ਹਾਂ ਕਿ ਬਸ ਆਪ ਸ਼ੀਸ਼ੇ ਕੇ ਦੁਨੀਆ ਪੱਥਰ ਕੀ ਜੀ। ਅੱਛਾ, ਇੱਕ ਇਹ ਦੱਸਿਓ, ਜਿਹੜੀ ਤੁਸੀਂ ਗੱਲ ਕੀਤੀ ਸੀ ਮਿੰਟੂ ਜੀ ਵੀ ਸੁਰੱਖਿਆ ਦੇ ਵਿੱਚ ਕਟੌਤੀ ਉਸੇ ਹੀ ਇੰਟੈਲੀਜੈਂਸ ਸਰਵਿਸ ਵੱਲੋਂ ਕਰ ਦਿੱਤੀ ਗਈ, ਜਿਹੜੇ ਕਿ ਸਿੱਧੂ ਮੂਸੇਵਾਲੇ ਨੂੰ ਇਸ ਬਾਰੇ ਵਾਰਨਿੰਗ ਦੇ ਰਹੇ ਸੀ ਕਿ ਇਹ ਫਲਾਣੇ ਸ਼ੂਟਰ ਮਗਰ ਲੱਗੇ ਹੋਏ ਨੇ। ਹੁਣ ਜਦੋਂ ਉਸ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਗਈ ਸੀ, ਉਦੋਂ ਸਰਕਾਰ ਵੱਲੋਂ ਇਸ਼ਤਿਹਾਰ ਛਾਪੇ ਗਏ ਸੀ ਅਖਬਾਰਾਂ ਦੇ ਵਿੱਚ, ਤੇ ਸਪੈਸੀਫਿਕਲੀ ਨਾਮ ਲਿਖਿਆ ਗਿਆ ਸੀ ਸਿੱਧੂ ਮੂਸੇਵਾਲੇ ਦਾ ਕਿ ਜੀ ਸਿੱਧੂ ਮੂਸੇਵਾਲੇ ਸਮੇਤ ਇੰਨਿਆਂ ਦੀ ਸਿਕਿਉਰਿਟੀ ਦੇ ਵਿੱਚ ਕਟੌਤੀ ਕੀਤੀ ਗਈ। ਹੁਣ ਜਿਹੜਾ ਉਹ ਸਿਕਿਉਰਿਟੀ ਕਟੌਤੀ ਦੀ ਇਸ਼ਤਿਹਾਰਬਾਜ਼ੀ ਵਾਲਾ ਮਾਮਲਾ ਹੈ, ਉਹਨੂੰ ਲੈ ਕੇ ਹੁਣ ਸਰਕਾਰ ਕਸੂਤੀ ਫਸਦੀ ਜਾ ਰਹੀ ਆ, ਇਹਦੇ ਬਾਰੇ ਦੱਸਿਓ ਜੀ। ਹਾਂ ਬਿਲਕੁਲ, ਇਹ ਮਸਲਾ ਜਿਹੜਾ ਉਹ ਇੱਥੇ ਨਹੀਂ ਰੁਕਿਆ ਜੀ, ਉਹ ਖਬਰਾਂ 'ਚ ਸੀਮਤ ਹੋ ਕੇ ਨਹੀਂ ਰਹਿ ਗਿਆ, ਉਹ ਸੋਸ਼ਲ ਮੀਡੀਆ ਤੇ ਸੀਮਤ ਹੋ ਕੇ ਨਹੀਂ ਰਹਿ ਗਿਆ, ਬਲਕਿ ਚਲੇ ਗਿਆ ਸੀਗਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ। ਤਾਂ ਜਦੋਂ ਹਾਈ ਕੋਰਟ ਦੇ ਵਿੱਚ ਮਸਲਾ ਚਲੇ ਜਾਂਦਾ ਹੈ ਤਾਂ ਫਿਰ ਉੱਥੇ ਸਾਰਾ ਕੁਝ ਜਿਹੜਾ ਤੁਹਾਨੂੰ ਪਤਾ ਔਨ ਰਿਕਾਰਡ ਆਉਂਦਾ ਹੈ। ਪਿਛਲੀ ਜਿਹੜੀ ਸੁਣਵਾਈ ਹੋਈ ਸੀਗੀ ਉਹਦੇ ਤੇ ਤਾਂ ਸਿੱਧੇ ਤੌਰ ਤੇ ਹਾਈ ਕੋਰਟ ਨੇ ਇਹਨਾਂ ਨੂੰ ਫਟਕਾਰ ਲਾਈ ਸੀਗੀ ਕਿ ਤੁਸੀਂ ਅਜਿਹਾ ਕਿਵੇਂ ਕਰ ਸਕਦੇ ਹੋ ਕਿ ਤੁਸੀਂ ਤੇ ਮਤਲਬ ਕਿ ਉਹ ਖਬਰਾਂ ਚਲਾ ਦਿੱਤੀਆਂ, ਤੁਸੀਂ ਉਹ ਬੰਦਾ ਲੱਭੋ ਜਿਹਨੇ ਇਹ ਖਬਰਾਂ ਚਲਾਈਆਂ, ਮਤਲਬ ਕਿ ਕੌਣ ਸੀ। ਹੁਣ ਜਿਵੇਂ ਕਹਿੰਦਾ ਉਹ ਕੌਣ ਥਾ ਜੀ, ਉਹ ਕੌਣ ਥਾ, ਬੜਾ ਸਵਾਲ ਬੜਾ ਅਜੀਬੋ ਗਰੀਬ ਆ। ਹੁਣ ਇਸ ਸੁਣਵਾਈ ਤੇ ਜਿਹੜੀ ਕਹਿ ਲਓ ਕਿ ਕੱਲ ਹੋਈ ਆ, ਉਹਦੇ ਵਿੱਚੋਂ ਜਿਹੜੀ ਅੱਜ ਖਬਰ ਨਿਕਲ ਕੇ ਆ ਰਹੀ ਆ, ਤਾਂ ਇਹਦੇ ਵਿੱਚ ਹੁਣ ਸਾਫ਼ ਤੌਰ ਤੇ ਹਾਈ ਕੋਰਟ ਨੇ ਇੱਕ ਕਰੜਾ ਰੁਖ ਅਖਤਿਆਰ ਕਰਦਿਆਂ ਕਿਹਾ ਕਿ ਸੁਰੱਖਿਆ ਕਟੌਤੀ ਬਾਰੇ ਲੀਕ ਹੋਈ ਜਿਹੜੀ ਜਾਣਕਾਰੀ ਸੀਗੀ ਉਹ ਬਹੁਤ ਅਹਿਮ ਸੀਗੀ। ਤਾਂ ਜਿਹੜੀ ਇਹਦੀ ਹੁਣ ਪੜਤਾਲ ਹੈ ਉਹਦੇ ਤੇ ਫੈਸਲਾ ਹੁਣ DGP ਸਾਹਿਬ ਆਪ ਹੀ ਕਰ ਲੈਣ। ਸਿੱਧਾ ਹਿਸਾਬ ਆ, ਮਤਲਬ ਕਿ
ਤੁਹਾਨੂੰ ਟਾਈਮ ਦੇ ਦਿੰਦੇ, ਮੇਰੇ ਖਿਆਲ ਦੇ ਨਾਲ ਇਹਨਾਂ ਨੂੰ 1.5-2 ਮਹੀਨੇ ਦਾ ਟਾਈਮ ਮਿਲ ਗਿਆ ਹੈ, ਪਰ ਨਾਲ ਕਹਿ ਦਿੱਤਾ ਗਿਆ ਕਿ ਹੁਣ ਤੁਸੀਂ ਉਹ ਆ ਕੇ ਦੱਸਣਾ ਹੈ ਕਿ ਇਹਦੀ ਜਾਂਚ ਕਿਵੇਂ ਕਰਵਾਈ ਜਾਵੇ, ਕਿ ਤੁਸੀਂ ਕਰ ਲੋਗੇ ਜਾਂ ਕਿਸੇ ਹੋਰ ਤੋਂ ਕਰਵਾਈ ਜਾਵੇ। ਗੱਲ ਇਹ ਆ ਕਿ ਵਿਜੇ ਜੀ ਕੁਛ ਨਾ ਕੁਛ ਤਾਂ ਇਹਨਾਂ ਨੂੰ ਉੱਥੇ ਜਾ ਕੇ ਦੱਸਣਾ ਹੀ ਪਏਗਾ। ਜੇ ਖੁਦ ਵੀ ਜਾਂਚ ਪੜਤਾਲ ਕਰਦੇ ਆ ਉਹ ਕੌਣ ਥਾ, ਉਹਦਾ ਜਵਾਬ ਤੇ ਦੇਣਾ ਹੀ ਪਊਗਾ, ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਉਹ ਖਬਰ ਸਵੇਰੇ ਸਵੇਰੇ ਚੱਲੀ, ਸਵੇਰੇ ਸਵੇਰੇ ਤੜਕੇ ਤੇ ਚੱਲੀ ਵੀ ਮੁੱਖ ਚੈਨਲਾਂ ਤੇ, ਔਰ ਫਿਰ ਨਾਲ ਹੀ ਇੱਕ ਚਰਚਾ ਚੱਲੀ ਕਿ ਉਹ ਖਬਰ ਜਿਹੜੀ ਚੱਲੀ ਹੈ ਉਹ ਬੇਸਿਕਲੀ ਕਿਸੇ ਨੇ ਕੱਲੀ ਆ, ਤੇ ਕੱਲਣ ਵਾਲਾ ਕੌਣ ਆ? ਸੱਤਾਧਾਰੀ ਧਿਰ ਦੇ ਨਾਲ ਜੁੜਿਆ ਇੱਕ ਸ਼ਖਸ। ਤਾਂ ਹੁਣ ਦੇਖਣਾ ਹੋਏਗਾ ਕਿ ਉਸ ਸ਼ਖਸ ਦਾ ਕੋਈ ਨਾਂ ਔਨ ਰਿਕਾਰਡ ਆਉਂਦਾ, ਤੇ ਜਿਸਨੇ ਵੀ ਉਹ ਕੀਤੀ ਹੈ ਹਰਕਤ ਬਹੁਤ ਮਾੜੀ ਕੀਤੀ ਹੈ, ਕਿਉਂਕਿ ਬਾਅਦ ਦੇ ਵਿੱਚ ਮੀਡੀਆ ਨੇ ਆਪਣੇ ਢੰਗ ਨਾਲ ਪੇਸ਼ਕਾਰੀ ਕਰਨੀ ਹੁੰਦੀ ਹੈ ਨਾ। ਜਦੋਂ ਤੁਸੀਂ ਇੱਕ ਵਾਰੀ ਕੋਈ ਜਾਣਕਾਰੀ ਲੀਕ ਕਰ ਦਿੱਤੀ, ਬਸ ਕਰੋ ਪਨਾਮਾ ਪੇਪਰ ਲੀਕ ਹੋ ਗਿਆ ਜਾਂ ਕੁਛ ਵੀ ਵਗੈਰਾ, ਤਾਂ ਫਿਰ ਗਾਂ ਰਿਪੋਰਟਿੰਗ ਆਪਣੇ ਹਿਸਾਬ ਕਿਤਾਬ ਨਾਲ ਹੋਣੀ ਹੁੰਦੀ ਹੈ। ਉਹਦੇ 'ਚ ਕਈ ਨਾਂ ਛੱਡ ਦਿੱਤੇ ਜਾਂਦੇ, ਕਈ ਰੱਖ ਲਏ ਜਾਂਦੇ ਆ, ਕਈਆਂ ਨੂੰ ਵਾਰ-ਵਾਰ ਘੁਮਾਇਆ ਜਾਂਦਾ ਹੈ। ਉਹੀ ਹੋਇਆ ਕਿ ਜਿਹੜੀ ਖਬਰ ਦੇ ਵਿੱਚ ਮੁੱਖ ਨਾਮ ਸੀਗੇ, ਚਾਹੇ ਸਿੱਧੂ ਮੂਸੇਵਾਲਾ ਤੇ ਚਾਹੇ ਜਥੇਦਾਰ ਜੀ, ਉਹਨਾਂ ਨੂੰ ਵਾਰ-ਵਾਰ ਹਾਈਲਾਈਟ ਕਰਕੇ ਦਿਖਾਇਆ ਗਿਆ। ਤਾਂ ਜੇ ਆਪਾਂ ਪੁਲਿਸ ਦੀ ਜਿਹੜੀ ਆਪਾਂ ਪਿਛਲੇ ਦਿਨਾਂ ਦੀ ਦੇਖੀਏ, ਜੋ ਇੱਕ ਤਰ੍ਹਾਂ ਨਾਲ ਚੱਲੀਏ ਮੀਡੀਆ 'ਚ ਵੀ ਆ ਗਿਆ, ਉਹ ਔਰ ਉਹੀ ਚੈਨਲ ਜਿਨ੍ਹਾਂ ਨੇ ਲੀਕ ਕਰਕੇ ਸਭ ਤੋਂ ਪਹਿਲਾਂ ਖਬਰਾਂ ਚਲਾਈਆਂ, ਉਹੀ ਚੈਨਲ ਕਹਿ ਰਹੇ ਸਨ ਕਿ ਜੀ ਜਿਵੇਂ ਹੀ ਸਿਕਿਉਰਿਟੀ ਦੀ ਕਟੌਤੀ ਹੁੰਦੀ ਹੈ, ਤਿਵੇਂ ਹੀ ਕੈਨੇਡਾ ਬੈਠਾ ਇੱਕ ਜਿਹੜਾ ਇਹਨਾਂ ਦਾ ਸਰਗਨਾ ਸੀਗਾ, ਉਹ ਆਰਡਰ ਦਿੰਦਾ ਹੈ ਕਿ ਉਹਦੀ ਸਿਕਿਉਰਿਟੀ ਵਾਪਸ ਲੈ ਲਈ, ਕੰਮ ਚੱਕ ਦਿਓ। ਕਿੰਨੀ ਬੇਸ਼ਰਮੀ ਦੀ ਇੰਤਹਾ ਹੈ ਕਿ ਆਪ ਹੀ ਸਾਰਾ ਕੁਝ ਕਰਕੇ ਹੁਣ ਆਪ ਹੀ ਦੱਸੀ ਜਾਂਦੇ ਆ, ਤੇ ਉਹਦੇ ਕਰਕੇ ਇਹੋ ਜਿਹਾ ਕੁਛ ਹੋ ਗਿਆ। ਸੋ ਕਸੂਤੀ ਸਥਿਤੀ ਹੈ ਪੰਜਾਬ ਗੌਰਮੈਂਟ ਵਾਸਤੇ। ਹੁਣ ਇਹਨਾਂ ਨੇ ਪਹਿਲਾਂ ਤੇ ਜਾ ਕੇ ਜਾਂਚ ਪੜਤਾਲ ਤੇ ਆਪਣਾ ਰੁਖ ਸਾਫ਼ ਕਰਨਾ, ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਉਹ ਦੱਸਣਾ ਕਿ ਉਹ ਆਖਰ ਖਬਰ ਜਿਹੜੀ ਆ ਲੀਕ ਹੋਈ ਤੇ ਹੋਈ ਕਿਉਂ। ਜੀ ਅੱਛਾ, ਇੱਕ ਇਹ ਦੱਸਿਓ ਜੀ, ਜਿਹੜੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ, ਉਹਨਾਂ ਨੇ ਕੇਜਰੀਵਾਲ ਦੇ ਸਿੰਗਾਪੁਰ ਟ੍ਰਿਪ ਨੂੰ ਕੈਂਸਲ ਕਰ ਦਿੱਤਾ। ਇਹ ਸਿੰਗਾਪੁਰ ਟ੍ਰਿਪ ਵਾਲਾ ਮਸਲਾ ਹੈ ਕਿ, ਤੇ ਲੈਫਟੀਨੈਂਟ ਗਵਰਨਰ ਨੇ ਇਹਨੂੰ ਕੈਂਸਲ ਜਾਂ ਪਰਮਿਸ਼ਨ ਕਿਉਂ ਨਹੀਂ ਦਿੱਤੀ ਕੇਜਰੀਵਾਲ ਨੂੰ ਸਿੰਗਾਪੁਰ ਜਾਣ ਲਈ, ਤੇ ਕੇਜਰੀਵਾਲ ਨੂੰ ਉਹਨਾਂ ਤੋਂ ਪਰਮਿਸ਼ਨ ਲੈਣ ਦੀ ਲੋੜ ਕਿਉਂ ਆ? ਇਹ ਦੇਖੋ ਇੱਕ ਪ੍ਰੋਟੋਕਾਲ ਹੈ। ਜਦੋਂ ਇਸ ਤਰ੍ਹਾਂ ਤੁਹਾਨੂੰ ਪਤਾ ਹੋਏਗਾ, ਜਦੋਂ ਸਿੱਧੂ ਨੇ ਜਾਣਾ ਸੀਗਾ ਕਰਤਾਰਪੁਰ ਸਾਹਿਬ, ਰਾਈਟ, ਖੁੱਲਣ ਵੇਲੇ, ਤਾਂ ਉਦੋਂ ਉਹਨੂੰ ਵੀ ਇਜਾਜ਼ਤ ਲੈਣੀ ਪਈ ਸੀ। ਯਾਦ ਹੋਏਗਾ ਤੁਹਾਨੂੰ, ਬੜਾ ਮੁੱਦਾ ਉੱਠਿਆ ਸੀਗਾ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜ਼ਰੂਰੀ ਕਾਰਵਾਈ ਹੈ ਜਿਹੜੀ ਕਿ ਇਸ ਤਰ੍ਹਾਂ ਗੁਜ਼ਰਦੀ ਹੈ ਇੱਕ ਪ੍ਰੋਸੈਸ ਦੇ ਵਿੱਚੋਂ ਹੋ ਕੇ। ਤਾਂ ਇਹ ਜਿਹੜਾ ਮਾਮਲਾ, ਜਿਵੇਂ ਹੁਣ ਆਪਾਂ ਦੇਖੀਏ, ਇੱਕ ਤਾਂ ਹੁੰਦਾ ਨਾ ਪਰਸਨਲ ਵਿਜ਼ਿਟ, ਇੱਕ ਹੁੰਦਾ ਜਿੱਦਾਂ ਮੁੱਖ ਮੰਤਰੀ ਦੇ ਤੌਰ ਤੇ ਜਾ ਕੇ ਤੁਸੀਂ ਆਪਣੀ ਸਟੇਟ ਨੂੰ ਉੱਥੇ ਰਿਪਰੈਜ਼ੈਂਟ ਕਰਨਾ, ਤਾਂ ਅਲੱਗ-ਅਲੱਗ ਦੋ ਚੀਜ਼ਾਂ ਹੋ ਜਾਂਦੀਆਂ ਨੇ। ਪਰਸਨਲ ਕਪੈਸਿਟੀ 'ਚ ਕੋਈ ਜਾਣਾ ਚਾਹੇ ਤਾਂ ਕਿਸੇ ਨੂੰ ਮੇਰੇ ਖਿਆਲ ਦੇ ਨਾਲ ਕੋਈ ਇਤਰਾਜ਼ ਨਹੀਂ ਹੋਏਗਾ। ਹੁਣ ਉੱਥੇ ਮਸਲਾ ਕੀ ਹੈ ਕਿ ਇਹਨਾਂ ਨੇ ਜਾ ਕੇ ਇੱਕ ਪ੍ਰੈਜੈਂਟੇਸ਼ਨ ਦੇਣੀ ਸੀਗੀ, ਆ ਜਿਹੜਾ ਦਿੱਲੀ ਮਾਡਲ ਹੈ ਇਹਦੇ ਬਾਰੇ। ਹਾਲਾਂਕਿ ਇਨਵੀਟੇਸ਼ਨ ਵੀ ਉਹਦੇ ਸੰਦਰਭ ਦੇ ਵਿੱਚ ਹੀ ਹੈ ਕਿ ਤੁਸੀਂ ਆ ਕੇ ਤੇ ਪੇਸ਼ਕਾਰੀ ਕਰੋ। ਹੁਣ ਰੌਲਾ ਕੀ ਹੈ ਕਿ LG ਨੇ ਇਹ ਕਹਿ ਕੇ ਇਸ ਗੱਲ ਨੂੰ ਰੱਦ ਕਰ ਦਿੱਤਾ, ਜਿਹੜੀ ਇਹਨਾਂ ਨੇ ਮੰਗ ਦੇ ਰੂਪ 'ਚ ਰੱਖੀ ਸੀਗੀ ਕਿ ਸਾਨੂੰ ਇਜਾਜ਼ਤ ਦਿਓ। ਉਹਨਾਂ ਕਿਹਾ ਕਿ ਉੱਥੇ ਮੇਅਰ ਪੱਧਰ ਦਾ ਬੰਦਾ, ਯਾਨੀ ਮੇਅਰ ਰੈਂਕ ਦਾ ਬੰਦਾ ਜਿਹੜਾ ਹੈ, ਉਹਦੀ ਹਾਜ਼ਰੀ ਜ਼ਰੂਰੀ ਹੈ, ਨਾ ਕਿ ਮੁੱਖ ਮੰਤਰੀ ਦੀ। ਉੱਥੇ ਮੁੱਖ ਮੰਤਰੀ ਜਾਏਗਾ ਮੇਅਰ ਦੀ ਜਗ੍ਹਾ, ਮਤਲਬ ਕਿ ਮੇਅਰ ਦਾ ਜਿਹੜਾ ਅਹੁਦਾ ਹੁੰਦਾ ਉਹਦੇ ਬਰੋਬਰ ਦਾ ਕੋਈ ਬੰਦਾ ਜਾਵੇ ਤਾਂ ਠੀਕ ਰਹੇਗਾ। ਜੇ ਤੁਹਾਡਾ ਕੋਈ ਚੀਫ ਮਿਨਿਸਟਰ ਜਾਂਦਾ ਤੇ ਇਹਦੀ ਨਜ਼ੀਰ ਦੁਨੀਆ 'ਚ ਗਲਤ ਜਾਏਗੀ। ਤਾਂ ਇੱਥੇ ਆ ਕੇ ਉਹਨਾਂ ਨੇ ਹੁਣ ਅੜੰਗਾ ਪਾ ਲਿਆ। ਵੈਸੇ ਉਹ ਨਾ ਪੰਜਾਬੀ ਦੀ ਕਹਾਵਤ ਹੈ ਕਿ ਗਰੀਬਾਂ ਰੱਖੇ ਰੋਜ਼ੇ ਤੇ ਦਿਨ ਵੱਡੇ ਹੋਏ। ਮੱਕੀ ਤੇ ਇੱਧਰ ਪੰਜਾਬ ਘੁੰਮਗਾ, ਹਿਮਾਚਲ ਘੁੰਮ, ਗੁਜਰਾਤ 'ਚ ਚਰਖਾ ਕਮਾ, ਇੱਧਰ ਜਾ ਉੱਧਰ ਜਾ, ਮਸੀਂ ਕਿਤੇ ਮਾੜਾ ਜਿਹਾ ਬਾਹਰ ਚੱਲੇ ਸੀਗੇ। ਹੁਣ ਉਹ ਕਹਿੰਦੇ ਕਿ ਨਹੀਂ ਜਾਣ ਦੇਣਾ। ਵੈਸੇ ਦੇਖੋ ਹਾਲੇ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਸਮਿਟ ਰੱਖਿਆ ਉੱਥੇ ਕੋਈ ਜਿਹੜਾ ਵੀ ਹੈ ਪ੍ਰੋਗਰਾਮ, ਉਹ ਹੈਗਾ 2 ਤੇ 3 ਅਗਸਤ ਨੂੰ। ਬਹੁਤ ਲੰਬਾ ਸਮਾਂ ਹਾਲੇ ਪਿਆ, ਹੋ ਸਕਦਾ ਮਸਲਾ ਹੱਲ ਹੋ ਜਾਵੇ। ਹਾਲਾਂਕਿ ਇਹਨਾਂ ਨੇ ਕਿਹਾ ਕਿ ਜੀ ਅਸੀਂ ਅੱਗੇ ਫੇਰ ਆਪਣੀ ਜਿਹੜੀ ਚਾਰਾਜੋਈ ਉਹ ਕਰਾਂਗੇ, ਪਰੰਤੂ ਮੈਨੂੰ ਲੱਗਦਾ ਕਿ ਮਸਲਾ ਹੱਲ ਹੋ ਜਾਏਗਾ। ਜ਼ਿਆਦਾਤਰ ਇਹੀ ਹੈ ਕਿ ਇਹ ਜਿੰਨਾ ਵੀ ਰੌਲਾ ਜ਼ਿਆਦਾ ਪਾਉਣਗੇ ਦਿੱਲੀ ਮਾਡਲ ਦਾ ਕਿ ਦੇਖੋ ਜੀ ਸਾਡਾ ਦਿੱਲੀ ਮਾਡਲ ਇਹ ਦੁਨੀਆ ਨੂੰ ਦਿਖਾਉਣਾ ਹੀ ਨਹੀਂ ਚਾਹੁੰਦੇ, ਦੁਨੀਆ ਚਾਹੁੰਦੇ ਨਹੀਂ ਕਿ ਦੇਖੇ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹ ਵੀ ਚਾਹੁੰਦੇ ਕਿ ਹਾਲੇ ਥੋੜੀ ਜਿਹੀ ਅੜਪਸ ਹੋਰ ਹੋ ਜਾਵੇ, ਇਸ ਗੱਲ ਨੂੰ ਹੋਰ ਹਾਈਲਾਈਟ ਕਰ ਦਈਏ। ये तो वैसे कहते कि हम राजनीति करने नहीं आए, हमें राजनीति करनी नहीं आती। मैं कहना कोई दूसरे ਨੂੰ ਕਹਿੰਦੇ ਕਿ ਤੁਹਾਨੂੰ ਕਰਨੀ ਨਹੀਂ ਆਉਂਦੀ ਦਾਦੇ ਦੀ। ਜੀ ਮਿੰਟੂ ਜੀ, ਇਹ ਦੱਸਿਓ ਜਿਹੜੀ ਮਾਈਨਿੰਗ ਵਾਲੇ ਮਾਮਲੇ ਤੇ ਜਾਂਚ ਚੱਲ ਰਹੀ ਹੈ, ਉਹਦੇ 'ਚ ਕੀ ਵਾਪਰ ਰਿਹਾ ਜੀ ਨਵਾਂ ਹੁਣ?
ਬਿਲਕੁਲ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਗੀਆਂ, ਮਤਲਬ ਕਿ ਸਾਧੂ ਵੀ ਸੰਗਤ ਵੀ, ਉਹ ਸਾਰਾ ਕਾਂਡ ਆਪਾਂ ਦੇਖ ਲਿਆ ਕਿ ਕਿੱਦਾਂ ਚੱਲਿਆ। ਤਾਂ ਹੁਣ ਨਵੀਂ ਗੱਲ ਜਿਹੜੀ ਸੁਣਨ ਨੂੰ ਮਿਲ ਰਹੀ ਹੈ ਕਿ ਦਰਅਸਲ ਜੰਗਲਾਤ ਮਹਿਕਮੇ ਦੀ ਹੀ ਜ਼ਮੀਨ ਜਿਹੜੀ ਆ ਉਹ ਮਾਈਨਿੰਗ ਡਿਪਾਰਟਮੈਂਟ ਨੇ ਵਧਾ ਕੇ ਮਾਈਨਿੰਗ ਸਾਈਟ ਵਾਲਿਆਂ ਨੂੰ ਦੇ ਦਿੱਤੀ ਕਿ ਤਾਂ ਕਿ ਤੁਸੀਂ ਖੁੱਲ੍ਹ ਕੇ ਖੇਡ ਸਕੋ। ਅੱਛਾ ਕਿ ਜੀ ਇਹ ਗੱਲ ਕੀ ਹੈ ਕਿ ਮਾਈਨਿੰਗ ਡਿਪਾਰਟਮੈਂਟ ਜਿੰਨੇ ਇਹਨਾਂ ਚੀਜ਼ਾਂ ਨੂੰ ਰੋਕਣਾ ਉਹਨੇ ਹੀ ਜੰਗਲਾਤ ਦੇ ਪੱਟੇ ਚੁਕਾ ਦਿੱਤੇ ਕਿ ਜੰਗਲਾਤ ਵਾਲੀ ਜਗ੍ਹਾ ਤੋਂ ਵੀ ਚੱਕ ਦਿਓ ਜੀ। ਇਸ ਤਰ੍ਹਾਂ ਪੱਟਿਆਂ ਦੀ ਆੜ ਦੇ ਵਿੱਚ ਜੋ ਜੰਗਲਾਤ ਦੀ ਜ਼ਮੀਨ ਸੀਗੀ ਉਹ ਸਾਰਾ ਕੁਛ ਹੈ ਜਿਹੜਾ ਚੁਕਾ ਦਿੱਤਾ ਤੇ ਤਕਰੀਬਨ ਇੱਕ ਸਾਈਟ ਤੋਂ ਇਹਨਾਂ ਨੇ 40 ਕਰੋੜ ਰੁਪਏ ਦੀ ਇਲੀਗਲ ਮਾਈਨਿੰਗ ਕਰਵਾ ਦਿੱਤੀ। ਜ਼ਬਰਦਸਤ ਹੈ ਸਾਰਾ ਕਾਂਡ। ਇਹ ਮਸਲਾ ਜਿਹੜਾ ਤੁਹਾਨੂੰ ਸ਼ਾਇਦ ਯਾਦ ਆ ਜਾਏਗਾ, ਜਿੰਦਾਪੁਰ ਪਿੰਡ ਹੈ, 25 ਏਕੜ ਜੰਗਲਾਤ ਦੀ ਜ਼ਮੀਨ ਹੈ ਜਿਹਦੇ ਤੇ ਦੋਸ਼ ਲੱਗਦਾ ਹੈ। ਇਹਦੇ ਵਿੱਚ ਇੱਕ ਸਰਪੰਚ ਦਾ ਜ਼ਿਕਰ ਆਇਆ ਸੀ, ਮਜੀਠੀਏ ਨੇ ਇੱਕ ਪੀਸੀ ਵੀ ਕੀਤੀ ਸੀ ਉਹਦੇ ਬਾਬਤ ਤੇ ਚੰਨੀ ਸਾਹਿਬ ਉਹਦੇ ਘਰ ਵੀ ਗਏ ਸਨ, ਲੰਚ ਵਗੈਰਾ ਵੀ ਹੋਇਆ ਸੀ, ਰੋਟੀਆਂ ਸੇਵੀਆਂ ਪਤਾ ਨਹੀਂ ਕਿਆ ਕਿਆ ਖਾਧਾ ਸੀਗਾ। ਕਿਆ ਗੱਲ ਕਰਤੀ ਯਾਰ, ਉਹਨਾਂ ਨੂੰ ਯਾਦ ਕਰ ਲਿਆ। ਤਾਂ ਖੈਰ ਇਹ ਸਾਰਾ ਕਾਰਨ ਉਸੇ ਦਾ ਹੀ ਹਿੱਸਾ ਹੈ। ਹੁਣ ਇਹ ਤੁਸੀਂ ਦੇਖ ਲਓ ਕਿ ਵਿਜੀਲੈਂਸ ਨੇ ਜਦੋਂ ਜਾਂਚ ਤੋਰੀ ਤਾਂ ਜਾਂਚ ਕਿੱਧਰ ਨੂੰ ਜਾ ਰਹੀ ਹੈ? ਕਦੇ ਮੰਤਰੀਆਂ ਸੰਤਰੀਆਂ ਫਲਾਣੇ ਧਮਕਾਣੇ ਤੱਕ ਨਹੀਂ, ਉਹ ਤੇ ਚਲੇ ਜਾ ਰਹੀ ਹੈ ਖੁਦ ਮਾਈਨਿੰਗ ਡਿਪਾਰਟਮੈਂਟ ਵੱਲ। ਇਹਦਾ ਮਤਲਬ ਕੀ ਹੈ? ਹੁਣ ਅੱਛਾ ਪਿਛਲੀ ਸਰਕਾਰ 'ਚ ਮਾਈਨਿੰਗ ਡਿਪਾਰਟਮੈਂਟ ਤੇ ਇਹੀ ਸੀ, ਪਿਛਲੀ ਸਰਕਾਰ 'ਚ ਵਿਜੀਲੈਂਸ ਵੀ ਇਹੀ ਸੀ। ਇਹਦਾ ਮਤਲਬ ਕਿ ਇੱਕ ਚੁੱਪ ਤੇ 100 ਸੁੱਖ ਵਾਲਾ ਹਿਸਾਬ ਕਿਤਾਬ ਆ। ਜਾਂ ਉਹ ਕਹਿੰਦੇ ਹੁੰਦੇ ਨਾ ਕਿ ਜਿਸ ਦਾ ਖਾਈਏ ਉਸੇ ਦਾ ਕੱਟੀਏ। ਵਿਜੀਲੈਂਸ ਵੀ ਉਸ ਹਿਸਾਬ ਨਾਲ ਚੱਲ ਰਹੀ ਹੈ ਤੇ ਮਾਈਨਿੰਗ ਡਿਪਾਰਟਮੈਂਟ ਵੀ ਉਸ ਹਿਸਾਬ ਨਾਲ ਚੱਲ ਰਿਹਾ। ਇਸ ਕਰਕੇ ਇਹ ਬੜੀ ਜ਼ਿਆਦਾ ਕਹਿ ਲਓ ਕਿ ਖੇਡ ਵਿਗੜੀ ਪਈ ਹੈ ਪੰਜਾਬ ਦੀ। ਇੱਥੇ ਨਾ ਸਿਰਫ ਕੋਈ ਐਕਸ MLA ਅਰੈਸਟ ਹੋ ਜਾਂਦਾ ਹੈ, ਨਾ ਸਿਰਫ ਇਹ ਕਿਹਾ ਜਾਂਦਾ ਕਿ ਮੰਤਰੀ ਦਾ ਹਾਜ਼ਮਾ ਬੜਾ ਜੀ, ਉਹ ਇੰਨੇ ਟਨ ਰੇਤਾ ਖਾ ਜਾਂਦਾ ਇੰਨੇ ਦਿਨ ਦਾ, ਨਾ ਸਿਰਫ ਮੰਤਰੀ ਸੰਤਰੀ ਬਲਕਿ ਇੱਥੇ ਤੇ ਡਿਪਾਰਟਮੈਂਟ ਵੀ ਘਿਰਿਆ ਪਿਆ ਦੋਸ਼ਾਂ ਦੇ ਵਿੱਚ। ਅੱਛਾ ਇੰਡੀਆ ਇੱਦਾਂ ਦਾ ਹੀ ਹੈਗਾ, ਜਿਵੇਂ ਨਾ ਕਹਿੰਦੇ ਨਾ ਇਟ ਹੈਪਨਸ ਓਨਲੀ ਇਨ ਇੰਡੀਆ। ਅੱਛਾ ਇੱਕ ਵਾਰੀ ਕੀ ਹੋਇਆ ਕਿ ਦੱਸ ਕੇ ਅੱਗੇ ਤੁਰਦੇ ਹਾਂ ਆਪਾਂ ਕਿ IPL ਫਿਕਸਿੰਗ ਦਾ ਰੌਲਾ ਪੈ ਗਿਆ ਜੀ। IPL ਫਿਕਸਿੰਗ ਦਾ ਰੌਲਾ ਪੈ ਗਿਆ, ED ਵਾਲੇ ਨਾ ਇਕੱਲੇ ਗੁਜਰਾਤ ਦੇ ਵਿੱਚ ਜਾਂਚ ਪੜਤਾਲ ਕਰਨ ਵਾਸਤੇ। ਤੇ ਕਮਾਲ ਦੀ ਗੱਲ ਆ ਕਿ ਮੁੜ ਕੇ CBI ਨੇ ਉਹ ED ਵਾਲੇ ਫੜੇ ਦੋ ਅਰੈਸਟ ਕੀਤੇ, ਕਿਉਂਕਿ ਉਹਨਾਂ ਨੇ ਜਾ ਕੇ ਪੱਟੂਆਂ ਨੇ ਜਿਹੜੇ ਉਹ ਹੈਗੇ ਸੀਗੇ ਆ ਲਾਉਂਦੇ ਜਿਹੜੇ ਦੜਾ ਸੱਟਾ, ਜਿਹੜੇ ਇਹਨਾਂ ਦੇ ਚੰਗੇ ਤਗੜੇ ਕਿੰਗ ਪਿੰਨ ਹੁੰਦੇ, ਉਹਨਾਂ ਨੂੰ ਦੱਸਿਆ ਕਿ ਕਿਵੇਂ ਸੱਟਾ ਲਾਈਦਾ, ਅਸੀਂ ਤੁਹਾਨੂੰ ਦੱਸਦੇ ਹਾਂ। ਤੁਸੀਂ ਬਿਲਕੁਲ ਅਣਜਾਣ ਆ ਨਾੜੀਆਂ। ਮਤਲਬ ਜਿਹੜੇ ਇਨਵੈਸਟੀਗੇਟਰ ਸੀਗੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਵਾਈ ਗਈ ਕਿ ਉਹ ਮੁੜੇ ਹੀ ਨਹੀਂ, ਤੇ ਜਾ ਕੇ ਪਤਾ ਲੱਗਿਆ ਉਹਨਾਂ ਮੁੜਦਾ ਸਵਾਲ ਸੀ, ਉਹ ਤੇ ਉੱਥੇ ਜੁੜੇ ਪਏ ਨੇ ਜੀ। ਆਹ ਹਾਲ ਆ ਤੇ ਜਿਨ੍ਹਾਂ ਨੇ ਰੋਕਣਾ ਉਹਦੇ ਵਿੱਚ ਨਾਲ ਟੋਕਰਾ ਚਕਾਈ ਜਾਂਦੇ ਕਿ ਚੱਕੀ ਚਲੋ ਫਟੇ ਜੀ ਜੀ। ਅੱਛਾ ਇਹ ਦੱਸਿਓ ਮਿੰਟੂ ਜੀ, ਜਿਹੜੇ ਆਮ ਆਦਮੀ ਵੱਲੋਂ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾਣੇ ਸੀ ਸਰਕਾਰ ਵੱਲੋਂ, ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਚਰਚਾ ਦੇ ਵਿੱਚ ਆ ਗਏ ਨੇ। ਬਰੀਫਲੀ ਦੱਸਿਓ ਜੀ ਕੀ ਮਾਜਰਾ ਇਹ। ਬਿਲਕੁਲ ਇਹਦੇ ਵਿੱਚ ਇੱਕ ਰਿਪੋਰਟ ਲੱਗੀ ਹੈ, ਮੀਡੀਆ ਰਿਪੋਰਟ ਹੈ, ਜਿਹਦੇ 'ਚ ਦਾਅਵਾ ਕੀਤਾ ਗਿਆ ਕਿ ਆਮ ਆਦਮੀ ਦੇ ਜਿਹੜੇ ਮੁਹੱਲਾ ਕਲੀਨਿਕ ਹੋਣਗੇ ਉਹਨਾਂ ਨੂੰ ਕੇਂਦਰ ਸਰਕਾਰ ਚਲਾਏਗੀ, ਮਤਲਬ ਕਿ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ। ਤਾਂ ਇਹਦੇ ਵਿੱਚ ਦਿਲਚਸਪ ਗੱਲ ਇਹ ਆ ਕਿ ਇਹ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਤੁਸੀਂ ਸੁਣਿਆ ਹੋਣਾ ਕਿਤੇ ਪੰਜਾਬ ਦੇ ਵਿੱਚ, ਕਿ ਇਹ ਸਾਰਾ ਇੱਕ ਪ੍ਰੋਜੈਕਟ ਹੈ ਜਿਹੜਾ ਕੇਂਦਰ ਦਾ ਹੁੰਦਾ ਤਾਂ ਸੂਬੇ ਚਲਾਉਂਦੇ ਨੇ ਇਹਨੂੰ। ਤਾਂ ਇਹਦੇ ਜ਼ਰੀਏ ਫੰਡ ਜਿਹੜੇ ਆਉਣਗੇ ਉਹਦੇ ਨਾਲ ਇਹ ਆਮ ਆਦਮੀ ਦਾ ਜਿਹੜਾ ਮੁਹੱਲਾ ਕਲੀਨਿਕ ਹੈ ਚੱਲੇਗਾ। ਇੱਕ ਕਮਾਲ ਦੀ ਗੱਲ ਜਿਹੜੀ ਹੈ ਉਹ ਇਸ ਮਾਮਲੇ 'ਚ ਇਹ ਰਹੀ ਕਿ ਜਦੋਂ ਸਾਡੇ ਸਿਹਤ ਮੰਤਰੀ ਚੇਤਨ ਸਿੰਘ ਜੀ ਜੌੜਾ ਮਾਜਰਾ, ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਹਜ਼ੂਰ ਕੀ ਬਣੇਗਾ, ਇਹਦਾ ਕੀ ਹਿਸਾਬ ਕਿਤਾਬ ਆ, ਤੇ ਉਹ ਕਹਿੰਦੇ ਜੀ ਮੈਨੂੰ ਇਹਦੀ ਕੋਈ ਜਾਣਕਾਰੀ ਨਹੀਂ, ਇਹ ਸਟੇਟ ਦੇ ਫੰਡ ਨਾਲ ਚੱਲੇਗਾ ਜਾਂ ਸੈਂਟਰ ਦੇ ਫੰਡ ਨਾਲ ਚੱਲੇਗਾ। ਕਮਾਲ ਦੀ ਗੱਲ ਹੈ ਕਿ ਸਾਡੇ ਹੈਲਥ ਮਿਨਿਸਟਰ ਨੂੰ ਹੀ ਨਹੀਂ ਪਤਾ। ਹਾਲਾਂਕਿ ਇਹ ਕਿਹਾ ਜਾ ਰਿਹਾ ਕਿ 75 ਆਮ ਆਦਮੀ ਕਲੀਨਿਕ ਜਿਹੜੇ ਆ 15 ਅਗਸਤ ਤੱਕ ਤਿਆਰ ਹੋ ਜਾਣਗੇ। ਵੈਸੇ ਉਹ ਵੀ ਇਹਨਾਂ ਨੇ ਕੰਮ ਉਹੀ ਜਿਹੜਾ ਇਹਨਾਂ ਨੇ ਖੋਲ੍ਹੇ ਸੀਗੇ ਸੇਵਾ ਕੇਂਦਰ ਅਕਾਲੀ ਰਾਜ ਦੇ ਵਿੱਚ, ਉਹੀ ਲਿਸ਼ਕਾ ਕੇ ਪੁਸ਼ਕਾ ਕੇ ਥੋੜ੍ਹਾ ਜਿਹਾ ਰੰਗ ਰੋਗਨ ਕਰਕੇ ਤੇ ਇਹਨਾਂ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਆਮ ਆਦਮੀ ਦਾ ਮੁਹੱਲਾ ਕਲੀਨਿਕ ਜਿਹੜਾ ਉਹ ਤਿਆਰ ਆ। ਬਾਕੀ ਡਾਕਟਰਾਂ ਤੋਂ ਲੈ ਕੇ ਦਵਾਈ ਤੱਕ ਸਾਰਾ ਜਿਹੜਾ ਭੁਗਤਾਨ ਆ ਉਹ ਉਸੇ ਹੀ ਫੰਡ 'ਚੋਂ ਆਏਗਾ ਜਿਹਦਾ ਆਪਾਂ ਜ਼ਿਕਰ ਕੀਤਾ, ਨੈਸ਼ਨਲ ਹੈਲਥ ਮਿਸ਼ਨ। ਪਿੱਛੇ ਕੀ ਰਹਿ ਗਿਆ? ਔਰ ਜਿਹੜੇ ਡਾਕਟਰ ਵੀ ਹੋਣਗੇ ਉਹ ਵੀ ਕਮਿਸ਼ਨ ਤੇ। ਇੰਟਰਸਟਿੰਗ ਗੱਲ ਆ, ਮਤਲਬ ਕਿ ਜਿਹੜਾ ਡਾਕਟਰ ਆ ਉਹਨੂੰ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਦੇਣੇ 50 ਰੁਪਏ। ਅੱਛਾ ਜੀ। ਨਾਲ ਫਾਰਮਾਸਿਸਟ ਉਹਨੂੰ 25 ਕੁ, ਤੇ ਜਿਹੜਾ ਬਿਲਕੁਲ ਅਸਿਸਟੈਂਟ ਹੇਠਲੇ ਪੱਧਰ ਤੇ ਉਹਦਾ ਕੋਈ 12-13 ਰੁਪਏ। ਤੇ ਮੈਂ ਬੜਾ
ਸੋਚ ਕੇ ਹੈਰਾਨ, ਕਹਿੰਦੇ ਜੀ ਜੇ 75 ਮਰੀਜ਼ਾਂ ਤੋਂ ਵੱਧ ਇੱਕ ਡਾਕਟਰ ਨੇ ਚੈੱਕ ਕੀਤਾ ਤੇ ਆਡਿਟ ਕਰਾਵਾਂਗੇ, ਕਿਤੇ ਮਰੀਜ਼ ਆਪਣੇ ਤੇ ਨਹੀਂ ਰਿਸ਼ਤੇਦਾਰ ਬਣਾ ਕੇ ਲਈ ਆਉਂਦਾ। ਤੇ ਮੈਂ ਕਿਹਾ ਜੇ 74 ਆ ਤੇ ਫਿਰ ਕੰਮ ਚੱਲਦਾ ਰੱਖ ਦੇਣਗੇ। ਇਹ ਮੇਰੇ ਤਾਂ ਵੀ ਗੱਲ ਕੰਮ ਕੋਈ ਚੱਕਰ ਨਹੀਂ ਹੈਗਾ। ਸੋ ਇਸ ਤਰ੍ਹਾਂ ਦਾ ਇਹ ਫਾਰਮੂਲਾ ਹੁਣ ਦੇਖੋ ਕਾਮਯਾਬ ਹੁੰਦਾ ਜਾਂ ਨਹੀਂ ਹੁੰਦਾ, ਪਰ ਜਿਸ ਤਰ੍ਹਾਂ ਦਾ ਇਹ ਚੱਲਦਾ ਪਿਆ ਕੰਮ, ਉਹ ਨਾ ਇੱਕ ਕਹਾਵਤ ਸਿਆਣੇ ਕਹਿੰਦੇ ਦੇ ਖਾਓ ਪੀਓ ਆਪਣਾ ਤੇ ਜੱਸ ਗਾਓ ਹਮਾਰਾ ਜੀ, ਸਿੱਧਾ ਹਿਸਾਬ ਕਿਤਾਬ ਹੈ ਖੁਦ ਕੇ ਜੱਸ ਸਾਡਾ ਹੀ ਗਾਓ ਜੀ। ਤੇ ਮਿੰਟੂ ਜੀ ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਖੁਸ਼ਨੁਮਾ ਖਬਰ ਹੈ ਜੀ, ਜਿਹੜੀ ਬਹੁਤ ਵਧੀਆ ਖਬਰ ਆ ਉਹ ਹੈ ਸਾਡੀ ਜਿਹੜੀ ਇੱਕ ਯੂਨੀਵਰਸਿਟੀ ਹੈ ਅੰਮ੍ਰਿਤਸਰ ਦੀ ਯੂਨੀਵਰਸਿਟੀ ਜਿਹਨੂੰ ਆਪਾਂ ਕਹਿੰਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਉਹਨਾਂ ਨੇ ਇੱਕ ਨਵਾਂ ਕਾਰਜ ਕੀਤਾ। ਦਰਖਤਾਂ ਦੇ ਉੱਤੇ ਉਹਨਾਂ ਨੇ QR ਕੋਡ ਲਾ ਦਿੱਤਾ ਹੈ। ਅੱਛਾ ਜੀ। 45,000 ਰੁੱਖ ਜਾਂ ਜਿਹੜੇ ਹੋਰ ਛੋਟੇ ਮੋਟੇ ਪੌਦੇ ਨੇ ਉਹਨਾਂ ਦੀ ਇਹ QR ਕੋਡਿੰਗ ਉਹਨਾਂ ਨੇ ਕਰ ਦਿੱਤੀ ਹੈ। ਤਾਂ ਉਹਦੇ ਨਾਲ ਕੀ ਹੈ ਕਿ ਸਾਰੀ ਜਾਣਕਾਰੀ ਤੁਹਾਨੂੰ ਮਿਲ ਜਾਏਗੀ ਕਿ ਰੁੱਖ ਕਾਹਦਾ ਹੈ, ਇਸ ਰੁੱਖ ਦਾ ਕੀ ਇਤਿਹਾਸ, ਇਹਦੇ ਫਾਇਦੇ ਕੀ ਹੈ, ਸਾਰੀ ਹਿਸਟਰੀ। ਇਹ ਬੜੀ ਦਿਲਚਸਪ ਗੱਲ ਹੈ। ਔਰ ਮੇਰੇ ਖਿਆਲ ਦੇ ਨਾਲ ਵਾਹਿਦ ਯੂਨੀਵਰਸਿਟੀ ਹੋਏਗੀ ਇੰਡੀਆ ਦੇ ਵਿੱਚ ਤਾਂ ਘੱਟੋ ਘੱਟ ਕਿ ਜਿੱਥੇ ਇਹ ਸਾਰੇ 350 ਕਿਸਮ ਦੇ ਰੁੱਖ ਪੌਦੇ ਹੈਗੇ ਆ, ਇਹਨਾਂ ਨੇ QR ਕੋਡ ਦੇ ਜ਼ਰੀਏ ਪੂਰੀ ਤਸੱਲੀ ਨਾਲ ਕਾਰਜ ਪ੍ਰਣਾਲੀ ਜਿਹੜੀ ਹੈ ਨੇਪਰੇ ਚਾੜ ਦਿੱਤੀ ਹੈ। ਸੋ ਰੁੱਖਾਂ ਤੇ ਖਾਸ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਵੈਸੇ ਤੇ ਪੁੱਤਾਂ ਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਪੁੱਤ ਤੇ ਰੁੱਖ ਸਾਰਾ ਕੁਛ ਹੀ ਸੰਭਾਲਣ ਦੀ ਜ਼ਰੂਰਤ ਹੈ। ਖੈਰ ਰੁੱਖਾਂ ਦੇ ਮਾਮਲੇ 'ਚ ਤੁਹਾਨੂੰ ਪਤਾ ਹੀ ਹੈ ਕਿ 1947 ਤੋਂ ਪਹਿਲਾਂ 40% ਆਪਣਾ ਹੁੰਦਾ ਸੀ ਫੋਰੈਸਟ ਕਵਰ। ਅੱਜ ਕੋਈ ਕਹਿੰਦਾ 3 ਰਹਿ ਗਿਆ, ਕੋਈ ਕਹਿੰਦਾ 4 ਰਹਿ ਗਿਆ। ਬਸ ਰੁੱਖਾਂ ਦੀ ਸੁਣਨ ਦੀ ਜ਼ਰੂਰਤ ਹੈ। ਰੁੱਖ ਕਹਿੰਦੇ ਆ ਕਿ ਤੁਸੀਂ ਸਾਲ 2 ਸਾਲ ਸੰਭਾਲ ਲਓ, ਅਸੀਂ ਤੁਹਾਡੀਆਂ ਕਈ ਪੀੜ੍ਹੀਆਂ ਸੰਭਾਲ ਲਵਾਂਗੇ।